ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਸ ਨੇ ਵਕਤ ਤੇ ਵੇਲਾ ਘੜੀਆਂ ਮੌਕਾ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਲੈ ਆਂਦਾ ਹੈ ਤਾਂ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਸਿੱਖੀਏ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਉੱਤੇ ਅਮਲ ਕਰੀਏ ਤਾਂ ਕਿ ਮੁਬਾਰਕ ਠਹਿਰ ਸਕੀਏ। ਕਿਉਂਕਿ ਖੁਦਾ ਦਾ ਕਲਾਮ ਮੁਕਾਸ਼ਵਾ ਪਹਿਲਾ ਬਾਬ 3 ਐਤ ਇਹੋ ਹੀ ਗੱਲ ਕਹਿੰਦੀ ਏ ਕਿ ਤੂੰ ਇਸ ਨੂੰ ਪੜ੍ਹੀ, ਇਸ ਨੂੰ ਸੁਣੀ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਉਹਦੇ ਤੇ ਕਰੀ ਅਮਲ। ਬੜੇ ਚੰਗੇ ਕੰਮ ਕਰ ਲੈਂਦੇ ਆ, ਪਰ ਜਦੋਂ ਅਸੀਂ ਖੁਦਾ ਦੇ ਹੁਕਮਾਂ ਨੂੰ ਉਹਦੇ ਤੇ ਅਮਲ ਨਹੀਂ ਕਰਦੇ ਤੇ ਖੁਦਾ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਹੁਣ ਸਾਊਲ ਬਾਦਸ਼ਾਹ ਬੜੇ ਚੰਗੇ ਕੰਮ ਕਰਕੇ ਆਇਆ। ਉਹਨੇ ਆਖਿਆ ਕਿ ਮੈਂ ਬੜੀ ਤਬਾਹੀ ਕਰਕੇ ਆਇਆ, ਤੇ ਮੈਂ ਫਾਤਿਹ ਹੋ ਕੇ ਵਾਪਸ ਆਇਆ। ਪਰ ਉੱਥੇ ਉਹਦੀ ਕੋਲ ਗਲਤੀ ਕੀ ਹੋਈ ਏ ਕਿ ਉਹ ਚੀਜ਼ਾਂ ਜਿਹੜੀਆਂ ਉਹਨੂੰ ਨਹੀਂ ਲਿਆਉਣੀਆਂ ਚਾਹੀਦੀਆਂ ਸੀ ਉਹ ਵੀ ਲੈ ਆਇਆ। ਪਹਿਲਾ ਸ਼ਮੂਏਲ 15 ਬਾਬ ਸੋ ਲਿਖਿਆ ਮਿਲਦਾ ਹੈ ਕਿ ਖੁਦਾ ਨੇ ਜਦੋਂ ਉਹਨੂੰ ਸਫ਼ਰ ਉੱਤੇ ਭੇਜਿਆ 18 ਚ ਤੇ ਉਹਨੂੰ ਕਿਹਾ ਸੀ ਕਿ ਜਾ ਗੁਨਾਹਗਾਰ ਅਮਾਲਿਕੀਆਂ ਨੂੰ ਨੇਸਤ ਕਰ, ਜਦੋਂ ਤੱਕ ਉਹ ਫਨਾ ਨਾ ਹੋ ਜਾਣ ਉਹਨਾਂ ਦੇ ਨਾਲ ਲੜਦਾ ਰਹਿ। ਸੋਨੀ ਇਹ ਚ ਲਿਖਿਆ ਕਿ ਤੂੰ ਖੁਦਾ ਦੀ ਗੱਲ ਤੇ ਮੰਨੀ, ਪਰ ਜਿਸ ਤਰ੍ਹਾਂ ਮੰਨਣੀ ਚਾਹੀਦੀ ਸੀ ਉਸ ਤਰ੍ਹਾਂ ਨਹੀਂ ਮੰਨੀ, ਬਲਕਿ ਤੂੰ ਲੁੱਟ ਦੇ ਮਾਲ ਉੱਤੇ ਤੂੰ ਆਪਣੀ ਨਜ਼ਰ ਕੀਤੀ ਤੇ ਉਹ ਕੰਮ ਕਰ ਲਿਆ ਜਿਹੜਾ ਖੁਦਾ ਦੀ ਨਜ਼ਰ ਵਿੱਚ ਬੁਰਾ ਸੀ। ਕਿਉਂਕਿ ਉਹ ਤੇ ਮਰ ਗਏ ਤੇ ਉਹਨਾਂ ਦੇ ਮਾਲ ਢਾਂਡੇ ਵੱਲ ਤੇਰੀ ਨਜ਼ਰ ਚਲੇ ਗਈ। ਸਾਊਲ ਨੇ ਸ਼ਮੂਏਲ ਨੂੰ ਆਖਿਆ ਕਿ ਖੁਦਾ ਦਾ ਹੁਕਮ ਤੇ ਮੈਂ ਮੰਨਿਆ ਤੇ ਜਿਸ ਰਾਹ ਤੇ ਖੁਦਾ ਨੇ ਮੈਨੂੰ ਭੇਜਿਆ ਚਲਾ ਗਿਆ ਤੇ ਅਮਾਲਿਕ ਦੇ ਬਾਦਸ਼ਾਹ ਅਜਾਸ ਨੂੰ ਵੀ ਲੈ ਆਇਆ ਕਿ ਵੇਖ ਲਓ ਮੈਂ ਤੇ ਇਹਨੂੰ ਵੀ ਨਹੀਂ ਛੱਡਿਆ, ਦੂਸਰਿਆਂ ਨੂੰ ਮਾਰ ਦਿੱਤਾ ਤੇ ਬਾਦਸ਼ਾਹ ਨੂੰ ਮੈਂ ਫੜ ਕੇ ਲੈ ਆਇਆ ਤੇ ਅਮਾਲਿਕੀਆਂ ਨੂੰ ਨੇਸਤ ਕਰ ਦਿੱਤਾ ਹੈ। ਪਰ ਲੋਕ ਲੁੱਟ ਦੇ ਮਾਲ ਉੱਤੇ ਭੇਡ ਬੱਕਰੀਆਂ ਤੇ ਗਾਏ ਬੈਲਾਂ ਯਾਨੀ ਅੱਛੀਆਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਨੇਸਤ ਕਰਨਾ ਸੀਗਾ ਲੈ ਆਏ ਨੇ। ਬਈ ਤੂੰ ਬਾਦਸ਼ਾਹ ਕਾਹਦਾ ਹੈ ਕਿ ਲੋਕ ਲੁੱਟ ਦੀ ਮਾਲ ਉੱਤੇ ਪੈ ਗਏ ਨੇ। ਤੇਰੀ ਸਲਾਹ ਵਿੱਚ ਹੀ ਸੀ, ਕਿਉਂਕਿ ਉਹਨਾਂ ਨੇ ਆਖਿਆ ਜਲਜਾਲ ਦੇ ਵਿੱਚ ਜਾ ਕੇ ਖੁਦਾਵੰਦ ਦੇ ਹਜ਼ੂਰ ਕੁਰਬਾਨੀ ਕਰਾਂਗੇ, ਤੇ ਤੂੰ ਵੀ ਮੰਨ ਗਿਆ। ਸ਼ਮੂਏਲ ਨੇ ਕਿਹਾ ਖੁਦਾਵੰਦ ਸੋਖਤ ਦੀ ਕੁਰਬਾਨੀਆਂ ਤੇ ਜ਼ਬੀਹਾਂ ਤੋਂ ਇੰਨਾ ਹੀ ਖੁਸ਼ ਹੁੰਦਾ ਹੈ ਜਿੰਨਾ ਇਸ ਗੱਲ ਤੋਂ ਕਿ ਖੁਦਾ ਦਾ ਹੁਕਮ ਮੰਨਿਆ ਜਾਵੇ। ਸਭ ਤੋਂ ਜ਼ਿਆਦਾ ਅਫਜ਼ਲ ਚੀਜ਼ ਖੁਦਾ ਦਾ ਹੁਕਮ ਮੰਨਣਾ ਹੈ। ਹੁਕਮ ਮੰਨਿਆ ਜਾਵੇ। ਦੇਖ ਫਰਮਾਬਰਦਾਰੀ ਕੁਰਬਾਨੀ ਤੋਂ ਤੇ ਗੱਲ ਮੰਨਣਾ ਮੈਂਡੇ ਦੀ ਚਰਬੀ ਤੋਂ ਬਿਹਤਰ ਹੈ। ਬਗਾਵਤ ਤੇ ਜਾਦੂਗਰੀ ਬਰਾਬਰ ਹੈ। ਜਦੋਂ ਅਸੀਂ ਖੁਦਾ ਦੀ ਗੱਲ ਨਹੀਂ ਮੰਨਦੇ ਬਗਾਵਤ ਕਰਨੇ ਤੇ ਲਿਖਿਆ ਹੈ ਬਗਾਵਤ ਤੇ ਜਾਦੂਗਰੀ ਬਰਾਬਰ ਹੈ। ਤੇ ਸਰਕਸ਼ੀ ਇਸ ਤਰ੍ਹਾਂ ਹੈ ਜਿਵੇਂ ਮੂਰਤਾਂ ਤੇ ਬੁੱਤਾਂ ਦੀ ਪ੍ਰਸਤਿਸ਼। ਸਰਕਸ਼ੀ ਅਸੀਂ ਨਹੀਂ ਮੰਨਦੇ, ਉਹਦੇ ਉਲਟ ਚੱਲਣਾ।
ਇਹ ਬੁੱਤਾਂ ਦੀ ਪ੍ਰਸਤਿਸ਼, ਮੂਰਤਾਂ ਦੀ ਪ੍ਰਸਤਿਸ਼ ਹੈ। ਸੋ ਲਿਖਿਆ, ਤੂੰ ਖੁਦਾ ਦੇ ਹੁਕਮ ਨੂੰ ਰੱਦ ਕੀਤਾ, ਇਸ ਲਈ ਉਸਨੇ ਤੈਨੂੰ ਰੱਦ ਕੀਤਾ ਕਿ ਬਾਦਸ਼ਾਹ ਨਾ ਰਵੇਂ। ਕਈ ਮੌਕੇ ਅਸੀਂ, ਖੁਦਾ ਸਾਨੂੰ ਬੜੀ ਬਰਕਤ ਦਿੰਦਾ ਹੈ, ਖੁਦਾ ਸਾਨੂੰ ਉਹਨਾਂ ਬਰਕਤਾਂ ਤੋਂ ਮਹਰੂਮ ਕਰ ਦਿੰਦਾ ਹੈ ਜਦੋਂ ਅਸੀਂ ਖੁਦਾ ਦਾ ਹੁਕਮ ਨਹੀਂ ਮੰਨਦੇ। ਮਰਕਸ ਦੀ ਇੰਜੀਲ ਉਸਦਾ 16 ਬਾਬ 14 ਐਤ ਤੋਂ ਪੜ੍ਹੀਏ। ਖੁਦਾ ਨੇ ਉਹਨਾਂ 14 ਨੂੰ ਜਿਹੜੇ 11 ਨੂੰ ਜਿਹੜੇ ਖਾਣਾ ਖਾਣ ਬੈਠੇ ਸੀ, ਕਿਉਂਕਿ 12ਵਾਂ ਸ਼ਾਗਿਰਦ ਫਾਹਾ ਲੈ ਗਿਆ ਹੈ। ਮੌਤ, ਕਬਰ, ਸਲੀਬ ਤੋਂ ਫਤਹ ਪਾਉਣ ਤੋਂ ਬਾਅਦ ਦੀ ਗੱਲ ਹੋ ਰਹੀ ਹੈ। ਸ਼ਾਗਿਰਦ 11 ਰਹਿ ਗਏ ਨੇ, ਖਾਣਾ ਖਾਣ ਬੈਠੇ ਨੇ। ਖੁਦਾਵੰਦ ਯਿਸੂ ਮਸੀਹ ਉਹਨਾਂ ਦੇ ਵਿੱਚ ਚਲਾ ਗਿਆ ਤੇ ਜਾ ਕੇ ਕਹਿਣ ਲੱਗਾ 15 ਚ ਕਿ ਉੱਠੋ, ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰਿਓ, ਅੰਜੀਲ ਦੀ ਮਨਾਦੀ। ਤੇ ਨਾਲ ਹੀ ਉਹਨਾਂ ਨੂੰ ਫਿਰ ਇਹ ਵੀ ਆਖਿਆ ਕਿ ਜਿਹੜਾ ਈਮਾਨ ਲਿਆਵੇ ਉਸ ਨੂੰ ਬਪਤਿਸਮਾ ਵੀ ਦੇਣਾ। ਤੇ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਫਿਰ ਤੇ ਉਹਨੇ ਫਿਰ ਦੱਸਿਆ ਸੀ ਕਿ ਈਮਾਨ ਲਿਆਉਣ ਵਾਲਿਆਂ ਦਰਮਿਆਨ ਮੋਜਜ਼ੇ ਹੋਣਗੇ। ਜਦੋਂ ਕਲੀਸਿਆ ਦੇ ਵਿੱਚ ਮੋਜਜ਼ੇ ਹੋਣਾ ਸ਼ੁਰੂ ਹੋਏ, ਖੁਦਾ ਦੀ ਕੁਦਰਤ ਨਜ਼ਰ ਆਉਣਾ ਸ਼ੁਰੂ ਹੋਈ, ਕਲੀਸਿਆ ਫਿਰ ਫੈਲਦੀ ਗਈ। ਤਰੱਕੀ ਪਾਉਂਦੀ ਗਈ, ਵੱਧਦੀ ਗਈ ਕਲੀਸਿਆ। ਲੇਕਿਨ ਅਫਸੋਸ, ਕਿ ਫਿਰ ਖੁਦਾ ਦੇ ਹੁਕਮ ਨੂੰ ਰੱਦ ਵੀ ਕੀਤਾ ਗਿਆ। ਕਿਸ ਤਰ੍ਹਾਂ ਰੱਦ ਕੀਤਾ ਗਿਆ? ਲਿਖਿਆ, ਜਿਹੜਾ ਈਮਾਨ ਨਾ ਲਿਆਵੇ ਉਹ ਮੁਜਰਮ ਠਹਿਰਾਇਆ ਜਾਏਗਾ। ਉਹਨਾਂ ਨੂੰ ਬਪਤਿਸਮੇ ਦੇਣੇ ਸ਼ੁਰੂ ਹੋ ਗਏ ਜਿਹੜੇ ਈਮਾਨ ਨਹੀਂ ਸੀ ਲਿਆਉਂਦੇ। ਬਜਾਏ ਕਿ ਕਲੀਸਿਆ ਤਰੱਕੀ ਕਰਦੀ, ਕਲੀਸਿਆ ਦੀ ਤਬਾਹੀ ਮਚਾਉਣਾ ਸ਼ੁਰੂ ਕਰ ਦਿੱਤੀ ਗਈ, ਜਿਹੜੀ ਅੱਜ ਵੀ ਤਬਾਹੀ ਮਚ ਰਹੀ ਏ। ਹਾਲਾਂਕਿ ਤੀਤਸ ਪਹਿਲਾ ਬਾਬ 10 ਤੇ 11 ਚ ਲਿਖਿਆ, ਬਹੁਤ ਸਾਰੇ ਲੋਕ ਸਰਕਸ਼ ਨੇ, ਬਹੂਦਾ ਹੋਣੇ, ਦਗਾਬਾਜ਼ ਨੇ, ਇਹਨਾਂ ਦਾ ਮੂੰਹ ਬੰਦ ਕਰਨਾ ਚਾਹੀਏ। ਇਹ ਲੋਕ ਨਜਾਇਜ਼ ਨਫਾ ਦੀ ਖਾਤਰ ਨਸ਼ਾਇਸ਼ਤਾ ਗੱਲਾਂ ਸਿਖਾ ਕੇ ਘਰਾਂ ਦੇ ਘਰ ਤਬਾਹ ਕਰੀ ਆਉਂਦੇ ਨੇ। ਕਲੀਸਿਆ ਅੱਜ ਘਰਾਂ ਨੂੰ ਤਬਾਹ ਕਰਨ ਵਾਲਿਆਂ ਦੇ ਮਰੀਦ ਹੋ ਚੁੱਕੀ ਹੈ। ਮਰੀਦ। ਮਤੀ ਦੀ ਇੰਜੀਲ 23 ਬਾਬ 15 ਚ ਲਿਖਿਆ, ਇਹ ਫੱਕੀਓ ਫਰੀਸੀਓ, ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ ਤੁਸੀਂ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਹੋ, ਬਾਹਰੋਂ ਹੀ ਗੱਲਾਂ ਸੁਣਾਈ ਆਉਂਦੇ ਹੋ। ਤੇ ਜਦੋਂ ਮਰੀਦ ਹੋ ਜਾਂਦਾ ਹੈ ਤੇ ਫਿਰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾ ਲੈਂਦੇ। ਤੇ ਫਿਰ ਇਹਨਾਂ ਦੀ ਪੀਰੀ ਮਰੀਦੀ ਇਹੋ ਜਿਹੀ ਪੱਕੀ ਤੇ ਗੂੜੀ ਕਿ ਰੋਮੀਓ ਪਹਿਲਾ ਬਾਬ 25 ਚ ਲਿਖਿਆ ਹੈ, ਉਹ ਜਿਨ੍ਹਾਂ ਨੇ ਸੱਚ ਨੂੰ ਬਦਲ ਕੇ ਝੂਠ ਬਣਾਇਆ ਤੇ ਫਿਰ ਇਹਨਾਂ ਦੇ ਮਰੀਦਾਂ ਨੇ ਇਹਨਾਂ ਦੀ ਪ੍ਰਸਤਿਸ਼ ਤੇ ਇਬਾਦਤ ਕੀਤੀ ਕਲਾਮ ਘਰਾਂ 'ਚ। ਹਾਲਾਂਕਿ ਲਿਖਿਆ, ਤੂੰ ਇਸ ਨਬੂਤ ਦੀ ਕਿਤਾਬ ਨੂੰ ਪੜ੍ਹ, ਇਸ ਨੂੰ ਸੁਣ, ਜੋ ਕੁਝ ਇਹਦੇ ਵਿੱਚ ਲਿਖਿਆ ਉਹਦੇ ਤੇ ਅਮਲ ਕਰ। ਪਰ ਮਰੀਦ ਅਮਲ ਕਰਨ ਦੀ ਬਜਾਏ ਮਰੀਦ ਕਹਿੰਦੇ ਜੋ ਸਾਡੇ ਪੀਰਾਂ ਨੇ ਕਹਿ ਦਿੱਤਾ ਉਹ ਠੀਕ ਆ, ਜੋ ਕਲਾਮ ਦੀ ਗੱਲ ਹੈ ਇਹਨੂੰ ਅਸੀਂ ਰੱਦ ਕਰਨੇ ਆ, ਜੋ ਸਾਡੇ ਪੀਰਾਂ ਨੇ ਕਿਹਾ ਉਹ ਠੀਕ ਆ। ਹਾਲਾਂਕਿ ਬਾਈਬਲ 'ਚ ਲਿਖਿਆ ਹੈ, ਰੋਮੀਓ ਪਹਿਲਾ ਬਾਬ 25 ਚ, ਇਹਨਾਂ ਨੇ ਸੱਚ ਨੂੰ ਬਦਲ ਕੇ ਝੂਠ ਬਣਾਇਆ ਹੈ। ਤੇ ਬਾਈਬਲ ਦਵਾਈ ਪਾਉਂਦੀ ਹੈ, ਲੋਕੋ ਤੁਸੀਂ ਇਹਨਾਂ ਦੀ ਇਬਾਦਤ ਤੇ ਇਹਨਾਂ ਦੀ ਪ੍ਰਸਤਿਸ਼ ਕਰਨ ਡਏ ਹੋ ਬਨਿਸਬਤ ਉਸ ਖਾਲਕ ਦੀ ਜਿਸ ਨੇ ਮੈਨੂੰ ਤੁਹਾਨੂੰ ਖਲਕ ਕੀਤਾ, ਅਸੀਂ ਉਹਦੀ ਇਬਾਦਤ ਕਰਦੇ, ਉਹਦੀ।
ਸੋ ਲਿਖਿਆ ਤੁਸੀਂ ਉਹਦੀ ਇਬਾਦਤ ਕਰਦੇ ਜਿਸ ਨੇ ਤੁਹਾਨੂੰ ਖਲਕ ਕੀਤਾ ਹੈ। ਖਲਕ, ਉਸ ਖਾਲਕ ਦੀ ਇਬਾਦਤ ਕਰਦੇ ਜਿਸ ਦੇ ਬਾਰੇ ਯਸਾਇਆ 54 ਬਾਬ 5 ਚ ਲਿਖਿਆ, ਤੇਰਾ ਖਾਲਕ ਤੇਰਾ ਸ਼ੋਹਰ, ਉਹਦਾ ਨਾਂ ਰੱਬਲ ਫਾਜ ਜੀ, ਉਹ ਕੌਮਾਂ ਦਾ ਰੱਬ ਕਲਾਵੇਗਾ। ਸੋ ਖਾਲਕ ਨੇ, ਉਸ ਖਾਲਕ ਦੀ ਗੱਲ ਮੰਨਦੇ, ਉਹਦੀ ਪ੍ਰਸਤਿਸ਼ ਕਰਦੇ, ਕਿਉਂਕਿ ਉਹ ਸ਼ੋਹਰ ਹੈ। ਪਹਿਲਾ ਕਰੰਥੀਓ 7 ਬਾਬ 39 ਚ ਲਿਖਿਆ, ਜਿਸ ਔਰਤ ਦਾ ਸ਼ੋਹਰ ਜੀਂਦਾ, ਉਹ ਜੀਂਦਿਆਂ ਜੀਂਦਿਆਂ ਪਾਬੰਦ, ਉਹਦੇ ਹੁਕਮਾਂ ਦੀ ਪਾਬੰਦ। ਅਸੀਂ ਹੁਕਮ ਨੂੰ ਰੱਦ ਕਰ ਦਿੰਦੇ ਹਾਂ, ਉੱਦਾਂ ਬੜੇ ਫਖਰ ਨਾਲ ਕਹਿੰਦੇ ਹਾਂ ਖੁਦਾਵੰਦ ਯਿਸੂ ਮਸੀਹ ਜ਼ਿੰਦਾ ਹੈ, ਸਾਡਾ ਦੂਲਾ ਹੈ, ਪਰ ਦੂਲੇ ਦੀ ਗੱਲ ਨਹੀਂ ਮੰਨਣੀ। ਦੂਲੇ ਨੇ ਜੇ ਆਖਿਆ ਇਮਾਨ ਲਿਆ ਕੇ ਬਪਤਿਸਮਾ ਲੈ, ਤੇ ਏਦਾਂ ਨਹੀਂ ਕਰਨਾ, ਝੂਠਿਆਂ ਦੀ ਗੱਲ ਮੰਨਣੀ। ਤੇ ਇਸੇ ਕਰਕੇ ਫਿਰ ਜੀਂਦੇ ਦੀ ਗੱਲ ਨਹੀਂ ਮੰਨਣੀ। ਤੇ ਹਿਜ਼ਕੀਏਲ 16 ਬਾਬ 32 ਚ ਲਿਖਿਆ ਹੈ, ਤੂੰ ਬਦਕਾਰ ਬੀਵੀ ਦੀ ਮਾਨਤ, ਬਦਕਾਰ ਬੀਵੀ ਦੀ ਮਾਨਤ, ਜਿਹੜੀ ਸ਼ੋਹਰ ਦੇ ਇਵਜ਼ ਗੈਰਾਂ ਨੂੰ ਕਬੂਲ ਕਰਦੀ, ਫਰਮਾਬਰਦਾਰੀ ਨਹੀਂ ਕਰਦੀ, ਬਲਕਿ ਬਗਾਵਤ ਕਰਦੀ, ਸ਼ੋਹਰ ਨੂੰ ਛੱਡ ਕੇ ਗੈਰਾਂ ਨੂੰ ਕਬੂਲ। ਤੇ ਆਓ ਅੱਜ ਵੇਲਾ ਹੈ ਕਿ ਇਹ ਖੁਦਾਵੰਦ ਅੱਜ ਤੇਰੇ ਕਲਾਮ ਨੇ ਸਾਡੇ ਜ਼ਹਿਨ ਨੂੰ ਖੋਲ੍ਹਿਆ, ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਕੰਮ ਕੀਤਾ, ਉਹਨੇ ਸ਼ਾਗਿਰਦਾਂ ਦਾ ਜ਼ਹਿਨ ਖੋਲ੍ਹਿਆ ਤਾਂ ਕਿ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ। ਅੱਜ ਉਹਦੇ ਕੋਲ ਦੁਆ ਕਰੀਏ, ਖੁਦਾਵੰਦ ਸਾਡੇ ਜ਼ਹਿਨ ਨੂੰ ਖੋਲ, ਅਸੀਂ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝੀਏ, ਇਸ ਨੂੰ ਪੜ੍ਹੀਏ, ਇਸ ਨੂੰ ਸੁਣੀਏ, ਇਹ 'ਤੇ ਅਮਲ ਕਰੀਏ, ਕਿਉਂਕਿ ਮਕਾਸ਼ਵਾ ਪਹਿਲਾ ਬਾਬ 3 ਚ ਲਿਖਿਆ ਹੈ, ਜਿਹੜਾ ਇਸ ਨੂੰ ਪੜ੍ਹੇਗਾ, ਸੁਣੇਗਾ, ਇਹ 'ਤੇ ਅਮਲ ਕਰੇਗਾ, ਉਹ ਮੁਬਾਰਕ ਹੋ ਜਾਏਗਾ। ਖੁਦਾ ਦੀ ਮਰਜ਼ੀ ਅਸੀਂ ਮੁਬਾਰਕ ਹੋਈਏ, ਸਾਡੇ ਜ਼ਹਿਨ ਖੁੱਲ੍ਹਣ, ਅਸੀਂ ਆਪ ਬਚੀਏ, ਆਪਣੀਆਂ ਨਸਲਾਂ ਨੂੰ ਬਚਾ ਲਈਏ, ਚੰਗੇ ਰਹਿ ਜਾਂਗੇ। ਖੁਦਾਵੰਦ ਤੇਰਾ ਖਾਦਮ ਹੁੰਦਿਆਂ ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ ਹੈ, ਇਸੇ ਇਮਾਨ ਤੇ ਉਮੀਦ ਨਾਲ ਕਿ ਤੇਰਾ ਕਲਾਮ ਬੰਦ ਜ਼ਹਿਨਾਂ ਨੂੰ ਖੋਲ੍ਹਦਾ ਹੈ। ਜਦੋਂ ਜ਼ਹਿਨ ਖੁੱਲ੍ਹਦੇ ਨੇ, ਲੋਕ ਕਿਤਾਬ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ, ਜਿਹੜੇ ਸਮਝਦੇ ਨੇ ਉਹ ਦੂਜਿਆਂ ਨੂੰ ਸਮਝਾਉਂਦੇ ਨੇ, ਤੇ ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣ ਜਾਂਦੇ ਨੇ। ਆਪ ਬਚਣ, ਆਪਣੀਆਂ ਨਸਲਾਂ ਨੂੰ ਬਚਾਉਣ, ਲੋਕਾਂ ਨੂੰ ਬਚਾਉਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਲਿਓ ਕਲਾਮ ਨੂੰ ਲਾਇਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਤੱਕ ਪਹੁੰਚਦਾ ਰਹੇ। ਖੁਦਾ ਤੈਨੂੰ ਬਰਕਤ ਦੇਵੇ।